ਸੰਗ ਨਾਮ ਦਿਓ ਮਨ ਲੀਨਾ ਆਡ ਨਾਮ ਕੋ ਛਿਪਰੋ ਇਹੋ ਲਾਖੀਨਾ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਈਚ ਕੁਲਾ ਜੁਲਾਹਰਾ ਭਇਓ ਗੁਣੀ ਗੀਰਾ ਰਵਿਦਾਸ ਟਵੰਤਾ ਢੋਰ ਨੀਤ ਇਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ ਇਹ ਬਿਦ ਸੁਨ ਕੇ ਜਟਰੋ ਉਠ ਭਗਤੀ ਲਾਗਾ ਲੈ ਪ੍ਰਤਖ ਗੁਸਾਈਆਂ ਨਾ ਵੱਡ ਭਾਗਾ ਲੈ ਪ੍ਰਤਖ ਗੁਸਾਈਆਂ ਨਾ ਵੱਡ ਭਾਗਾ ਹੋ ਆਇਆ ਦੂਰੋਂ ਚੱਲ ਕੇ ਮੈਂ ਥਕੀ ਤੋ ਸਰਨਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁਖ ਗਵਾਏ ਜਿਉ ਸੁਕਾਓ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮਦੀ ਹੋਰ ਅਰਸੋਂ ਕੁਰਸੋਂ ਚਟੀਐ ਡਿਠੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕਟੀਐ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਵਿਸ਼ਵ ਕਾ ਦੀਪਕ ਸੁਆਮੀ ਤਾਂ ਚਿਹਰੇ ਸਵਾਰਥੀ ਪੰਖੀ ਰਾਏ ਗਰੜ ਤਾਂ ਚੇ ਬਾਦਵਾ ਕਰਮ ਕਰ ਅਰੁਣ ਪਿੰਗਲਾਰੀ ਅਨੇਕ ਪਾਤਕ ਹਰਤਾ ਤ੍ਰਿਭਵਨ ਨਾਥਰੀ ਤੀਰਥ ਤੀਰਥ ਪਰਮਤਾ ਲਹੇ ਨਾ ਪਾਰੀ ਕਰਮ ਕਰ ਕਪਾਲ ਮਪੀਟ ਸ੍ਰੀ ਵਿਸ਼ਵ ਕਾ ਦੀਪਕ ਸੁਆਮੀ ਤਾਂ ਤੇਰੇ ਸਵਾਰਥੀ ਪੰਖੀ ਰਾਏ ਗਰੜ ਤਾਂ ਚੇ ਬਾਦਵਾ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਪੜ੍ਹਨ ਦੀ, ਗੁਰਬਾਣੀ ਸਰਵਣ ਕਰਨ ਦੀ ਇਹ ਸਾਨੂੰ ਸਤਿਗੁਰਾਂ ਨੇ ਸ੍ਰੇਸ਼ਟ ਸੋਝੀ ਬਖਸ਼ਿਸ਼ ਕੀਤੀ ਹੈ, ਜਾਂ ਕਹਿ ਲਈਏ ਬਲ ਕੇ ਉਦਮ ਬਖਸ਼ਿਸ਼ ਕੀਤਾ ਹੈ। ਗਾਵੇ ਕੋ ਤਾਨ ਹੋਵੇ ਕਿਸੈ, ਤੇਰੇ ਜਸ ਨੂੰ ਤਾਂ ਗਾਇਆ ਜਾ ਸਕਦਾ ਹੈ ਜਿਸ ਨੂੰ ਤੂੰ ਜਸ ਗਾਉਣ ਦੀ ਸਮਰੱਥਾ ਬਖਸ਼ੇ। ਜਿਹਨੂੰ ਬਲ ਬਖਸ਼ਦੇ ਹੋ ਉਹੀ ਤੁਹਾਡੇ ਜਸ ਨੂੰ ਕਹਿ ਸਕਦਾ ਹੈ। ਜੇ ਅਸੀਂ ਸੰਗਤ ਵਿੱਚ ਬੈਠੇ ਹਾਂ, ਅੰਮ੍ਰਿਤ ਵੇਲੇ ਤੋਂ ਗੁਰਬਾਣੀ ਸਰਵਣ ਕੀਤੀ ਹੈ, ਇਹ ਸਾਨੂੰ ਪ੍ਰਮਾਤਮਾ ਨੇ ਬਲ ਬਖਸ਼ਿਆ ਹੈ ਤੇ ਤਾਂ ਅਸੀਂ ਇਹ ਸੰਗਤ ਵਿੱਚ ਆ ਕੇ ਬੈਠ ਕੇ ਇਹ ਆਨੰਦ ਪ੍ਰਾਪਤ ਕਰ ਰਹੇ ਹਾਂ। ਲੜੀਵਾਰ ਕਥਾ ਦੇ ਅੰਦਰ ਜੋ ਸਾਨੂੰ ਰੋਜ਼ ਦਾ ਉਪਦੇਸ਼ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੁਣ ਆਪਾਂ ਉਹ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਬਾਣੀ ਭਗਤਾਂ ਕੀ ਤਰਲੋਚਨ। ਤਨਾਸਰੀ ਰਾਗ ਦਾ ਨਾਮ ਹੈ। ਇਹਦੇ ਵਿੱਚ ਭਗਤ ਤਰਲੋਚਨ ਜੀ ਇੱਕ ਭਗਤ ਨੇ, ਇਹ ਸ਼ਬਦ ਉਹਨਾਂ ਦਾ ਹੈ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਹੋਏ ਨੇ, ਫਰੀਦ ਸਾਹਿਬ ਜੀ ਹੋਏ ਨੇ, ਉਹਨਾਂ ਦੀ ਬਾਣੀ ਜ਼ਿਆਦਾ ਹੈ, ਇਸ ਕਰਕੇ ਉਹਨਾਂ ਦਾ ਨਾਮ ਵਾਰ-ਵਾਰ ਬਾਣੀ ਵਿੱਚ ਆਉਂਦਾ ਹੈ। ਅਸੀਂ ਵਾਰ-ਵਾਰ ਸੁਣਦੇ ਵੀ ਹਾਂ। ਭਗਤ ਤਰਲੋਚਨ ਜੀਆਂ ਦੇ ਜਿਹੜੇ ਸ਼ਬਦ ਨੇ, ਜਾਂ ਹੋਰ ਕਈ ਐਸੇ ਭਗਤ ਨੇ ਜਿਨ੍ਹਾਂ ਦੇ ਸ਼ਬਦ ਬੜੇ ਥੋੜ੍ਹੇ ਨੇ, ਉਹ ਨਾ ਸਾਨੂੰ ਕਦੇ-ਕਦੇ ਸੁਣਨ ਵਾਸਤੇ ਪ੍ਰਾਪਤ ਹੁੰਦਾ। ਇਹ ਜਿਹੜਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ, ਇਹ ਭਗਤ ਤਰਲੋਚਨ ਜੀ ਦਾ, 15 ਭਗਤਾਂ ਵਿੱਚੋਂ ਇੱਕ ਭਗਤ ਨੇ। ਇਹਨਾਂ ਦੇ ਘਰ ਵਿੱਚ ਕਹਿ ਲਈਏ ਸੰਤਾਨ ਪ੍ਰਾਪਤ ਨਹੀਂ ਹੈ। ਇਹਨਾਂ ਦੀ ਘਰਵਾਲੀ ਜਿਹੜੀ ਹੈ ਬੜਾ ਦੁੱਖ ਮਹਿਸੂਸ ਕਰਦੀ ਹੈ। ਭਗਤ ਜੀ ਇਹ ਸ਼ਬਦ ਦੁਆਰਾ ਦੱਸਦੇ ਪਏ, ਕਹਿਣ ਲੱਗੇ ਜਿਹੜਾ ਕਰਮਾਂ 'ਚ ਨਾ ਹੋਵੇ ਉਹ ਮਿਲਦਾ ਨਹੀਂ। ਜਿਹੜਾ ਕਰਮਾਂ 'ਚ ਲਿਖਿਆ ਹੋਵੇ, ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ, ਉਹ ਮਿਲੇ ਬਿਨਾਂ ਜਾਂਦਾ ਨਹੀਂ। ਐਸੇ ਬਚਨ ਕੀਤੇ ਤੇ ਉਸ ਵੇਲੇ ਫਿਰ ਇੱਕ ਉਦਾਹਰਨ ਦਿੱਤੀ ਚੰਦਰਮਾ ਦੀ। ਕਹਿਣ ਲੱਗੇ ਵੇਖ, ਆਪਾਂ ਤੇ ਇੱਕ ਆਮ ਇਨਸਾਨ ਹਾਂ, ਦੁਨੀਆ ਦੇ ਇੱਕ ਆਮ ਬੰਦੇ ਆ, ਜਿਹੜਾ ਸਾਰੀ ਰਾਤ ਰੋਸ਼ਨੀ ਕਰਦਾ ਰਹਿੰਦਾ। ਐਡਾ ਵੱਡਾ ਚੰਦਰਮਾ ਹੈ ਜਿਸ ਨੂੰ ਦੇਵਤਾ ਵੀ ਮੰਨਿਆ ਹੈ। ਕਹਿਣ ਲੱਗੇ ਕਰਮ ਭੋਗੇ ਬਿਨਾਂ ਤੇ ਉਹਨੂੰ ਵੀ ਨਹੀਂ ਉਹਦਾ ਛੁਟਕਾਰਾ ਹੋਇਆ, ਕਰਮ ਤੇ ਉਹਨੂੰ ਵੀ ਭੋਗਣਾ ਪਿਆ ਆਪਣੇ ਕੀਤੇ ਹੋਏ ਪਾਪ ਦਾ। ਤੋ ਇੱਕ ਉਦਾਹਰਣ ਆਪਾਂ ਇਹ ਸਰਵਣ ਕੀਤੀ ਹੈ। ਸ਼ਬਦ ਥੋੜ੍ਹਾ ਵੱਡਾ ਹੈ, ਇਹਦੇ ਵਿੱਚ ਕਈ ਸਾਖੀਆਂ ਜਿਹੜੀਆਂ ਨੇ ਉਹ ਸਮਝਾਉਣ ਵਾਸਤੇ ਆ ਜਾਂਦੀਆਂ। ਇਸ ਕਰਕੇ ਆਪਾਂ ਬਹੁਤੀ ਕਾਹਲੀ ਨਹੀਂ ਕਰ ਰਹੇ ਵੀ ਛੇਤੀ ਦੇ ਨਾਲ ਇਸ ਨੂੰ ਕਰਕੇ ਤੇ ਅੱਗੇ ਚਲੇ ਚੱਲੀਏ। ਸਮਝਾਉਣਾ ਚਾਹੀਦਾ, ਸਮਾਂ ਇੱਕ ਦਿਨ ਦਾ ਹੋਰ ਵੱਧ ਲੱਗ ਜਾਏਗਾ ਤੇ ਕੋਈ ਵੱਡੀ ਗੱਲ ਨਹੀਂ ਹੈ। ਤੋ ਭਗਤੀਆਂ ਦੀ ਘਰਵਾਲੀ ਕਹਿਣ ਲੱਗੇ ਵੀ ਹੋਰ ਵੀ ਕੋਈ ਐਸਾ ਵਿਅਕਤੀ ਹੋਇਆ ਜਿਹਨੇ ਕਰਮਾਂ ਦਾ ਫਲ ਭੋਗਿਆ ਹੋਵੇ। ਤੇ ਭਗਤ ਜੀ ਕਹਿਣ ਲੱਗੇ ਬਿਲਕੁਲ, ਉਹ ਵੀ ਤੁਹਾਨੂੰ ਦੱਸ ਦਿੰਦੇ ਵੀ ਉਹ ਕੌਣ ਹੈ। ਫਿਰ ਇਹ ਸ਼ਬਦ ਦੀ ਅਗਲੀ ਪੌੜੀ ਬਖਸ਼ਦੇ ਹਨ। ਵਿਸ਼ਵ ਕਾ ਦੀਪਕ ਸੁਆਮੀ ਤਾਂ ਚੇਰੇ ਸਵਾਰਥੀ, ਪੰਖੀ ਰਾਏ ਗਰੜ ਤਾਂ ਚੇ ਬਾਦਵਾ। ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਵੀ ਅਰੁਣ ਨਾਮ ਦਾ ਇੱਕ ਵਿਅਕਤੀ ਹੋਇਆ, ਉਹਦਾ ਨਾਮ ਸੀ ਅਰੁਣ। ਉਹਦੇ ਬਾਰੇ ਦੱਸਦੇ ਨੇ, ਕਹਿਣ ਲੱਗੇ ਵਿਸ਼ਵ ਕਾ ਦੀਪਕ ਸੁਆਮੀ, ਜਿਹੜਾ ਸੰਸਾਰ ਦਾ ਦੀਵਾ ਹੈ ਨਾ, ਸੰਸਾਰ ਨੂੰ ਰੋਸ਼ਨੀ ਦੇਣ ਵਾਲਾ,
ਦੀਵਾ ਕੌਣ ਜਿਹੜਾ ਰੋਸ਼ਨੀ ਦਿੰਦਾ? ਉਹ ਹੈ ਸੂਰਜ। ਵਿਸ਼ਵ ਕਾ ਦੀਪਕ, ਸੰਸਾਰ ਦਾ ਸੂਰਜ, ਸੰਸਾਰ ਦਾ ਦੀਵਾ ਜੋ ਸੂਰਜ ਹੈ। ਕਹਿਣ ਲੱਗੇ ਉਹ ਸੁਆਮੀ ਹੈ ਭਾਈ। ਇਸ ਸੰਸਾਰ ਦੇ ਵਿੱਚ ਨਾ ਸੁਆਮੀ ਜਿਹੜੇ ਨੇ ਉਹ 6 ਮੰਨੇ ਨੇ ਵਿਦਵਾਨਾਂ ਨੇ। ਜਿਵੇਂ ਸ਼ਿਵ ਜੀ ਹੈ, ਦੂਜਾ ਗਣੇਸ਼ ਹੈ, ਤੀਜਾ ਅਸ਼ਟਭੁਜੀ ਦੇਵੀ ਹੈ, ਚੌਥੇ ਵਿਸ਼ਨੂੰ ਜੀ ਨੇ। ਇਸੇ ਤਰ੍ਹਾਂ ਇਹ ਸੂਰਜ ਹੈ। ਇਹਨਾਂ ਨੂੰ ਮੰਨਿਆ ਜਾਂਦਾ ਵੀ ਇਹ ਸੁਆਮੀ ਨੇ। ਇਹਨਾਂ ਨੂੰ ਵੱਡੇ ਦੇਵਤੇ ਮੰਨਿਆ ਜਾਂਦਾ ਹੈ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਵਿਸ਼ਵ ਕਾ ਦੀਪਕ ਸੁਆਮੀ, ਜਿਹੜਾ ਸੰਸਾਰ ਵਿੱਚ ਦੀਵੇ ਦਾ ਕੰਮ ਕਰਦਾ ਸੂਰਜ, ਜਿਸ ਨੂੰ ਸੁਆਮੀ ਵੀ ਗਿਣਿਆ ਜਾਂਦਾ। ਸਾਚੇ ਰੇ ਸਵਾਰਥੀ, ਉਹਦਾ ਜਿਹੜਾ ਸਵਾਰਥੀ ਕਹੀਏ, ਰੱਥ ਚਲਾਉਣ ਵਾਲਾ, ਰਥਵਾਹੀ, ਜਿਹੜਾ ਸੂਰਜ ਦਾ ਰੱਥ ਚਲਾਉਂਦਾ ਹੈ ਨਾ, ਉਹਦਾ ਨਾਮ ਹੈ ਗੁਰਮੁਖੋ ਅਰੁਣ। ਭਗਤ ਜੀ ਕਹਿਣ ਲੱਗੇ ਵੇਖ, ਆਪਾਂ ਤੇ ਇੱਕ ਆਮ ਬੰਦੇ ਆ, ਜਿਹੜਾ ਸੂਰਜ ਦੀ ਡਰਾਈਵਰੀ ਕਰਦਾ ਪਿਆ। ਕੋਈ ਮੰਤਰੀ ਹੋਵੇ ਨਾ, ਉਹਨੇ ਕੰਮ ਮੰਤਰੀ ਨਹੀਂ ਕਰਦਾ ਜਿੰਨੇ ਕੰਮ ਮੰਤਰੀ ਦੇ ਕੋਲ ਉਹਦਾ ਡਰਾਈਵਰ ਕਰਵਾ ਲੈਂਦਾ। ਲੋਕੀ ਸਿਫਾਰਸ਼ਾਂ ਲੈ ਕੇ ਉਹਦੇ ਕੋਲ ਜਾਂਦੇ। ਅੱਜ ਵੀ ਇਹੋ ਹਾਲ ਹੀ ਹੈ ਨਾ, ਵੀ ਉਹ ਕੰਮ ਕਰਵਾ ਦੇਗਾ, ਪੈਸੇ ਲਵੇਗਾ, ਮੰਤਰੀ ਨੂੰ ਕਹਿ ਦੇਵੇਗਾ। ਹੁਣ ਗੁਰਮੁਖੋ ਸੂਰਜ ਦਾ ਜਿਹੜਾ ਡਰਾਈਵਰ ਹੈ, ਜਿਹੜਾ ਸੂਰਜ ਦਾ ਰੱਥ ਚਲਾਉਂਦਾ, ਉਹਦੀ ਕਿਉਂ ਨਾ ਮੰਨੀ ਜਾਏਗੀ? ਐਡੇ ਵੱਡੇ ਦੇਵਤੇ ਦਾ ਉਹ ਰੱਥ ਚਲਾਉਣ ਵਾਲਾ ਹੈ। ਵਿਸ਼ਵ ਕਾ ਦੀਪਕ ਸੁਆਮੀ, ਤਾਚੇ ਰੇ ਸਵਾਰਥੀ। ਸਵਾਰਥੀ ਤੋਂ ਭਾਵ ਰਥਵਾਹੀ, ਰੱਥ ਚਲਾਉਣ ਵਾਲਾ, ਜਿਹੜਾ ਸੂਰਜ ਦੇ ਰੱਥ ਨੂੰ ਚਲਾਉਂਦਾ ਹੈ। ਪੰਖੀ ਰਾਏ ਗਰੜ ਤਾਂਚੇ ਬਾਦਵਾ। ਫਿਰ ਇੱਥੇ ਹੀ ਬਸ ਨਹੀਂ, ਇੱਕ ਪਾਸੇ ਨੌਕਰੀ ਏਡੀ ਵੱਡੀ ਹੈ ਵੀ ਸੂਰਜ ਦਾ ਰੱਥ ਚਲਾਉਣਾ, ਤੇ ਦੂਜੇ ਪਾਸੇ ਗੁਰਮੁਖੋ ਜਿਹੜਾ ਭਰਾ ਹੈ ਨਾ ਇਹਦੇ ਅਰੁਣ ਦਾ, ਪਿੰਗਲੇ ਦਾ ਭਰਾ ਜਿਹੜਾ, ਉਹਦਾ ਨਾਮ ਹੈ ਗਰੁੜ। ਇਹ ਗਰੁੜੇ ਦਾ ਬਾਦਵਾ ਕਹੀਏ ਭਰਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ। ਬੰਧਪ ਤੋਂ ਭਾਵ ਹੁੰਦਾ ਰਿਸ਼ਤੇਦਾਰ। ਕਹਿਣ ਲੱਗੇ ਵੀ ਇਸ ਅਰੁਣ ਦਾ ਰਿਸ਼ਤੇਦਾਰ ਗਰੁੜ ਹੈ। ਗੁਰਮੁਖੋ ਗਰੁੜ ਕੋਈ ਮਾੜੀ ਮੋਟੀ ਸ਼ੈ ਨਹੀਂ ਹੈ, ਵਿਸ਼ਨੂੰ ਭਗਵਾਨ ਦੀ ਸਵਾਰੀ ਹੈ। ਹੁਣ ਵੇਖੋ, ਇੱਕ ਭਰਾ ਤੇ ਸੂਰਜ ਦਾ ਰੱਥ ਚਲਾਉਂਦਾ, ਇੱਕ ਭਰਾ ਜਿਹੜਾ ਹੈ ਉਹ ਵਿਸ਼ਨੂੰ ਭਗਵਾਨ ਨੂੰ ਆਪਣੀ ਪਿੱਠ ਤੇ ਬਿਠਾ ਕੇ ਤੇ ਫਿਰ ਉੱਡਦਾ ਹੈ। ਹੁਣ ਦੋਨੇ ਭਰਾ ਵੱਡੀ ਥਾਂ ਤੇ ਹੋ ਗਏ ਨਾ। ਇੱਕ ਵਿਸ਼ਨੂੰ ਭਰਾ ਭਗਵਾਨ ਦਾ ਡਰਾਈਵਰ ਬਣ ਗਿਆ, ਵਾਹਨ ਬਣ ਗਿਆ, ਇੱਕ ਸੂਰਜ ਦਾ ਵਾਹਨ ਬਣ ਗਿਆ ਆਉਣ ਜਾਣ ਵਾਸਤੇ। ਹੁਣ ਹੈਣ ਦੋਨੇ ਹੀ ਵੱਡੀਆਂ ਪਦਵੀਆਂ ਦੇ ਉੱਪਰ, ਜੋ ਚਾਹਣ ਉਹ ਕਰਵਾ ਸਕਦੇ। ਪਰ ਭਗਤ ਜੀ ਫਰਮਾਉਂਦੇ ਹਨ, ਕਰਮ ਕਰ ਅਰੁਣ ਪਿੰਗਲਾਰੀ। ਪਰ ਕਹਿਣ ਲੱਗੇ ਭਗਤਨੀਏ ਵੇਖ, ਪਹੁੰਚ ਕਿੱਡੀ ਵੱਡੀ ਹੈ ਦੋਨਾਂ ਭਰਾਵਾਂ ਦੀ। ਪਰ ਜਿਹੜਾ ਅਰੁਣ ਹੈ ਨਾ, ਉਹ ਪਿੰਗਲਾ ਹੈ, ਉਹਦੀਆਂ ਲੱਤਾਂ ਮਾਰੀਆਂ ਹੋਈਆਂ, ਲੱਤਾਂ ਨਹੀਂ ਕੰਮ ਕਰਦੀਆਂ। ਚਲਾਉਂਦਾ ਪਿਆ ਸੂਰਜ ਦਾ ਰੱਥ। ਰੱਥ ਨੂੰ ਚਲਾਉਣ ਵਾਲਾ ਰਥਵਾਈ ਜਿਹੜਾ ਅਰੁਣ, ਉਹਦਾ ਨਾਮ ਹੈ। ਉਹਦੀਆਂ ਲੱਤਾਂ ਮਾਰੀਆਂ ਹੋਈਆਂ ਨੇ, ਲੱਤਾਂ ਉਹਦੀਆਂ ਹੈ ਨਹੀਂ। ਤੇ ਰੱਥ ਚਲਾਉਂਦਿਆਂ, ਸੇਵਾ ਕਰਦਿਆਂ ਉਹ ਕਈ ਵਾਰੀ ਸੂਰਜ ਨੂੰ ਖੁਸ਼ ਕਰ ਲੈਂਦਾ ਹੈ। ਸੂਰਜ ਖੁਸ਼ ਹੋ ਜਾਂਦਾ ਵੀ ਤੂੰ ਬੜਾ ਟਾਈਮ ਦਾ ਪਾਬੰਦ ਹੈ, ਚੰਗੇ ਤਰੀਕੇ ਨਾਲ ਰੱਥ ਚਲਾਉਂਦਾ, ਮੇਰੀ ਸੇਵਾ ਕਰਦਾ। ਇੰਨੀ ਵਾਰੀ ਸੂਰਜ ਨੂੰ ਖੁਸ਼ ਕਰ ਲਿਆ, ਪਰ ਉਹ ਆਪਣੇ ਪਿੰਗਲੇ ਪੁਣੇ ਨੂੰ ਦੂਰ ਨਹੀਂ ਕਰ ਸਕਿਆ। ਭਗਵਾਨ ਵਿਸ਼ਨੂੰ ਨੂੰ ਆਪਣੀ ਪਿੱਠ ਤੇ ਬਿਠਾ ਕੇ ਉੱਡਦਾ ਜ਼ਰੂਰ ਹੈ ਗਰੁੜ, ਪਰ ਗਰੁੜ ਨੇ ਕਈ ਵਾਰੀ ਬੇਨਤੀ ਕੀਤੀ ਹੈ, ਭਗਵਾਨ ਜੀ ਤੁਸੀਂ ਸਭ ਨੂੰ ਰੋਜੀ ਰੋਟੀ ਦੇਣ ਵਾਲੇ ਹੋ, ਮੇਰਾ ਭਰਾ ਪਿੰਗਲਾ ਹੈ, ਕਿਰਪਾ ਕਰਕੇ ਉਹਦਾ ਪਿੰਗਲਾਪਣ ਦੂਰ ਕਰ ਦਿਓ। ਪਰ ਕਹਿਣ ਲੱਗੇ ਇੰਨੀਆਂ ਬੇਨਤੀਆਂ ਭਰਾ ਨੇ ਵੀ ਸਿਫਾਰਸ਼ਾਂ ਲਾਈਆਂ, ਉਹਦਾ ਪਿੰਗਲਾਪਣ ਦੂਰ ਨਹੀਂ ਹੋਇਆ। ਜਦੋਂ ਭਗਤਨੀ ਨੇ ਬਚਨ ਸੁਣੇ ਨਾ, ਤੇ ਉਸ ਵੇਲੇ ਪੁੱਛਿਆ, ਕਹਿਣ ਲੱਗੇ ਜੀ ਉਹ ਪਿੰਗਲਾ ਹੀ ਕਿਉਂ ਹੋਇਆ, ਕਿਰਪਾ ਕਰਕੇ ਇਹ ਦੱਸੋ। ਤੇ ਫਿਰ ਭਗਤ ਜੀ ਨੇ ਇੱਕ ਸਾਖੀ ਸੁਣਾਈ। ਕਹਿਣ ਲੱਗੇ ਵੀ ਇਹ ਜਿਹੜਾ ਅਰੁਣ ਹੈ ਨਾ, ਪਿਛਲੇ ਜਨਮ ਦੇ ਵਿੱਚ ਮਨੁੱਖ ਸੀਗਾ, ਤੇ ਕਿਤੇ ਖੇਡਦਿਆਂ ਖੇਡਦਿਆਂ ਕਿਸੇ ਟਿੱਡੇ ਦੀਆਂ ਲੱਤਾਂ ਇਹਨੇ ਤੋੜੀਆਂ ਸੀ। ਟਿੱਡੇ ਬੈਠਦੇ ਨੇ ਛੋਟੇ ਛੋਟੇ ਫੁੱਲਾਂ ਦੇ ਉੱਪਰ ਆ ਕੇ, ਕੰਧਾਂ ਦੇ ਉੱਪਰ ਆ ਕੇ। ਇਸ ਨੇ ਉਹਦੀਆਂ ਲੱਤਾਂ ਤੋੜ ਦਿੱਤੀਆਂ। ਉਹ ਲੱਤਾਂ ਤੋੜਨ ਦਾ ਫਲ
ਪਾਪ ਕਰਮ ਇਹਦੇ ਕਰਮਾਂ 'ਚ ਲਿਖਿਆ ਗਿਆ। ਤੇ ਪ੍ਰਮਾਤਮਾ ਪੂਰਾ ਨਿਆਂ ਕਰੇ ਕਰਤਾਰ। ਪ੍ਰਮਾਤਮਾ ਨਿਆਂ ਪੂਰਾ ਕਰਦਾ, ਕਿਸੇ ਦਾ ਅੱਜ, ਕਿਸੇ ਦਾ ਕੱਲ, ਕਿਸੇ ਦਾ ਹੋਰ ਥੋੜਾ ਅੱਗੇ ਜਾ ਕੇ। ਦੁਨੀਆ ਦੀ ਅਦਾਲਤ ਵਿੱਚ ਵਿਅਕਤੀ ਛੁੱਟ ਜਾਂਦਾ ਹੈ, ਰੱਬ ਦੀ ਅਦਾਲਤ ਦਰਗਾਹ ਵਿੱਚ ਛੁੱਟੀ ਦਾ ਨਹੀਂ। ਉੱਥੇ ਸਾਰੇ ਕਰਮ ਸਾਹਮਣੇ ਹੋ ਜਾਂਦੇ। ਜੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲ ਤੇ, ਜਿਵੇਂ ਦੇ ਕਰਮ ਕਰੇਗਾ ਉਵੇਂ ਦਾ ਫਲ ਮਿਲੇਗਾ। ਹੁਣ ਲੱਤਾਂ ਤੋੜੀਆਂ ਟਿੱਡੇ ਦੀਆਂ, ਤੇ ਰੱਬ ਨੇ ਆਖਿਆ ਵੀ ਤੂੰ ਲੱਤਾਂ ਤੋੜੀਆਂ ਨੇ, ਇਹਨੂੰ ਅਪਾਹਜ ਕੀਤਾ ਹੈ, ਇਹਨੂੰ ਵੀ ਇੱਕ ਜਨਮ ਐਸਾ ਮਿਲੇਗਾ ਜਿਸ ਜਨਮ ਦੇ ਵਿੱਚ ਤੂੰ ਵੀ ਇਸ ਤਰ੍ਹਾਂ ਪਿੰਗਲਾਈ ਹੋਵੇਂਗਾ, ਤੇਰੀਆਂ ਵੀ ਲੱਤਾਂ ਨਹੀਂ ਹੋਣਗੀਆਂ। ਤੇ ਕਹਿਣ ਲੱਗੇ ਗੁਰਮੁਖੋ ਉਹ ਜਨਮ ਮਿਲਿਆ ਅਰੁਣ ਦਾ, ਐਡਾ ਵੱਡਾ ਦੇਵਤਾ ਬਣ ਗਿਆ, ਦੇਵਤਿਆਂ ਦੀ ਸੰਗਤ ਮਿਲ ਗਈ ਹੈ, ਵੱਡੀਆਂ ਵੱਡੀਆਂ ਡਿਊਟੀਆਂ ਤੇ ਲੱਗ ਗਈਆਂ, ਪਰ ਆਪਣੇ ਪਿੰਗਲੇਪਨ ਨੂੰ ਦੂਰ ਨਹੀਂ ਕਰ ਸਕਿਆ। ਇਹ ਭਗਤ ਜੀ ਕਹਿਣ ਲੱਗੇ ਕਰਮਾਂ ਦੀ ਨਿਸ਼ਾਨੀ ਹੈ। ਉਸ ਵੇਲੇ ਭਗਤ ਜੀ ਨੇ ਸਵਾਲ ਕੀਤਾ ਤਰਲੋਚਨ ਜੀਆਂ ਨੂੰ, ਭਗਤ ਨੂੰ ਕਹਿਣ ਲੱਗੇ ਵੀ ਇਹਦੇ ਬਾਰੇ ਪੂਰੀ ਸਾਖੀ ਸੁਣਾਓ, ਵੀ ਇਹ ਪਿੰਗਲਾ ਫਿਰ ਕਿਵੇਂ ਹੋ ਗਿਆ, ਜਨਮ ਇਹਨੂੰ ਕਿਵੇਂ ਮਿਲਿਆ। ਤੇ ਫਿਰ ਉਹਨਾਂ ਨੇ ਸਾਖੀ ਸੁਣਾਈ। ਗੁਰਮੁਖੋ ਕਛਪ ਨਾਮ ਦਾ ਇੱਕ ਰਿਸ਼ੀ ਹੋਇਆ ਪਹਿਲੇ ਸਮੇਂ ਵਿੱਚ, ਉਸ ਦੀਆਂ 4 ਰਾਣੀਆਂ, 4 ਉਹਦੀਆਂ ਘਰ ਵਾਲੀਆਂ ਸਨ। ਬੰਤਾ, ਕਦਰੂ, ਅਦਿੱਤ ਰਿਖਜਨ ਕਰੀ ਵਿਆਹੇ। ਬਚਨ ਵੀ ਆਉਂਦਾ, 10ਵੇਂ ਪਾਤਸ਼ਾਹ ਨੇ ਲਿਖਿਆ। ਇੱਕ ਦਾ ਨਾਮ ਬੰਤਾ ਹੈ, ਇੱਕ ਦਾ ਨਾਮ ਕਦਰੂ ਹੈ, ਇੱਕ ਦਾ ਨਾਮ ਅਦਿਤੀ ਹੈ, ਇੱਕ ਦਾ ਨਾਮ ਅਦਿਤੀ ਹੈ। ਇਹ 4 ਘਰ ਵਾਲੀਆਂ ਕਸ਼ਪ ਰਿਸ਼ੀ ਦੀਆਂ ਸਨ। ਜਦੋਂ ਥੋੜਾ ਸਮਾਂ ਬਤੀਤ ਹੋਇਆ ਨਾ, ਜਿਹੜੀ ਕਦਰੂ ਹੈ ਉਹਦੇ ਘਰ ਦੇ ਵਿੱਚੋਂ ਜਿਹੜੇ ਬੱਚੇ ਪੈਦਾ ਹੋਏ ਉਹ ਦੁਨੀਆ ਵਿੱਚ ਸੱਪ ਬਣੇ, ਸੱਪਾਂ ਨੂੰ ਜਨਮ ਦੇਣ ਵਾਲੇ। ਸੱਪ ਕਿਹੜਾ ਇੱਕ, ਕਈ ਸੱਪ ਪੈਦਾ ਹੋਏ, ਕਈ ਉਹਨਾਂ ਦੀ ਅੱਗੇ ਪਰਿਵਾਰ ਬਣ ਗਏ, ਦੂਜਿਆਂ ਨੂੰ ਦੁੱਖ ਦੇਣ ਲੱਗ ਪਏ। ਤੇ ਬੰਤਾ ਨਾਮ ਦੀ ਇਸਤਰੀ ਨੇ, ਦੂਜੀ ਨੇ ਵਰ ਮੰਗਿਆ ਰਿਸ਼ੀ ਦੇ ਕੋਲੋਂ, ਮੈਨੂੰ ਪੁੱਤਰ ਉਹ ਮਿਲੇ ਜਿਹੜਾ ਸੱਪਾਂ ਦਾ ਵੈਰੀ ਹੋਵੇ, ਸੱਪਾਂ ਨੂੰ ਖਤਮ ਕਰੇ। ਉਹਦੀ ਕੁੱਖ ਤੋਂ ਫਿਰ ਕਹਿ ਲਈਏ ਵੀ ਇਹ ਗਰੜ ਤੇ ਅਰੁਣ ਪੈਦਾ ਹੋਏ। ਹੁਣ ਗਰੜ ਦਾ ਤੇ ਸੱਪਾਂ ਦਾ ਵੈਰ ਹੈ ਨਾ, ਸੱਪ ਗਰੜ ਨੂੰ ਵੇਖ ਕੇ ਲੁਕ ਜਾਂਦਾ, ਭੱਜ ਜਾਂਦਾ। ਇੱਥੋਂ ਤੱਕ ਜੇ ਗਾਰੁੜੀ ਮੰਤਰ ਪੜ੍ਹੀਏ ਤੇ ਲੜੇ ਹੋਏ ਸੱਪ ਦਾ ਜ਼ਹਿਰ ਤੱਕ ਨਹੀਂ ਚੜ੍ਹਦਾ, ਇੰਨੀ ਸਮਰੱਥਾ ਹੈ ਭਰਾ ਹੀ ਨੇ, ਪਰ ਹੈ ਸ਼ਰੀਕ ਨੇ, ਇੱਕ ਦੂਜੇ ਦੇ ਸ਼ਰੀਕ ਹੋਣ ਕਰਕੇ ਇੱਕ ਦੂਜੇ ਦੇ ਉੱਪਰ ਵਾਰ ਕਰਦੇ। ਆਪਾਂ ਆਮ ਹੀ ਆਖ ਦਿੰਦੇ ਨਾ, ਸੱਪ ਲੜਿਆ ਹੈ ਗਾਰੁੜੀ ਮੰਤਰ ਪੜ੍ਹੇਗਾ, ਤੇਰੇ ਕੋਲ ਕਿਹੜਾ ਗਾਰੁੜੀ ਮੰਤਰ ਹੈ। ਗਾਰੁੜੀ ਮੰਤਰ ਤੋਂ ਭਾਵ ਗਰੁੜ ਦਾ ਮੰਤਰ, ਕਿਉਂਕਿ ਗਰੁੜ ਤੇ ਸੱਪ ਭਰਾ ਨੇ, ਸ਼ਰੀਕੇ ਦੇ ਵਿੱਚੋਂ ਇੱਕ ਦੂਜੇ ਦੇ ਵੈਰੀ ਨੇ, ਇੱਕ ਦੂਜੇ ਨੂੰ ਖਤਮ ਕਰਨਾ ਚਾਹੁੰਦੇ। ਸ਼ਾਸਤਰਾਂ ਵਿੱਚ ਲਿਖਿਆ ਬਚਨ ਵੀ ਉਹ ਦੂਜੀ ਜਿਹੜੀ ਇਸਤਰੀ ਹੈ ਉਹਦੇ 'ਚੋਂ ਗਰੜ ਅਤੇ ਅਰੁਣ ਪੈਦਾ ਹੋਏ। ਜਿਹੜੀਆਂ ਬਾਕੀ ਦੀਆਂ 2 ਸਨ, ਇੱਕ ਨੇ ਦੇਵਤਿਆਂ ਨੂੰ ਜਨਮ ਦਿੱਤਾ, ਇੱਕ ਨੇ ਦੈਂਤਾਂ ਨੂੰ ਜਨਮ ਦਿੱਤਾ। ਇਹ ਸ਼ਾਸਤਰਕਾਰਾਂ ਨੇ ਸਾਖੀਆਂ ਲਿਖੀਆਂ ਵੀ ਇੱਕ ਦੀ ਸੰਤਾਨ ਸੱਪ ਨੇ, ਇੱਕ ਦੀ ਸੰਤਾਨ ਗਰੁੜ ਹੈ, ਇੱਕ ਦੀ ਸੰਤਾਨ ਦੇਵਤੇ, ਇੱਕ ਦੀ ਸੰਤਾਨ ਦੈਂਤ ਨੇ। ਇਹ 4 ਇਸਤਰੀਆਂ ਸਨ ਕਸ਼ਯਪ ਰਿਸ਼ੀ ਦੀਆਂ, ਉਹਨਾਂ ਨੇ ਵਿਆਹ ਕੇ ਲਿਆਂਦੀਆਂ। 4 ਦੀ ਸੰਤਾਨ ਵੱਖੋ ਵੱਖਰੀ ਹੈ। ਕਹਿਣ ਲੱਗੇ ਸਮਾਂ ਬਤੀਤ ਹੋ ਗਿਆ ਤੇ ਇੱਕ ਵਾਰੀ ਬੰਤਾ ਜੀ ਨੇ ਆਖਿਆ ਆਪਣੇ ਪਤੀ ਰਿਸ਼ੀ ਨੂੰ ਕਿ ਘਰ ਵਿੱਚ ਔਲਾਦ ਕੋਈ ਨਹੀਂ ਹੈ ਤੇ ਆਪ ਜੀ ਔਲਾਦ ਦੀ ਬਖਸ਼ਿਸ਼ ਕਰੋ। ਤੇ ਕਸ਼ਯਪ ਰਿਸ਼ੀ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਸਮਾਂ ਆਵੇਗਾ ਨਾ ਤੇਰੇ ਘਰ ਵਿੱਚ ਔਲਾਦ ਪੈਦਾ ਹੋਵੇ। ਗੁਰਮੁਖੋ ਸਮਾਂ ਆਇਆ, ਪਰ ਬੰਤਾ ਜੀ ਦੀ ਕੁੱਖ ਤੋਂ ਸੰਤਾਨ ਨਹੀਂ ਪੈਦਾ ਹੋਈ। ਵਿਧੀ ਐਸੀ ਬਣ ਗਈ, ਵਿਧ ਇਹੋ ਜਿਹੀ ਬਣ ਗਈ, ਇਸ ਨੇ 2 ਅੰਡਿਆਂ ਨੂੰ ਜਿਹੜਾ ਹੈ ਉਹ ਜਨਮ ਦਿੱਤਾ। ਜਾ ਕੇ ਦੱਸਿਆ ਰਿਸ਼ੀ ਨੂੰ, ਕਹਿਣ ਲੱਗੇ ਸੰਤਾਨ ਤੇ ਨਹੀਂ ਪੈਦਾ ਹੋਈ, ਪਰ 2 ਅੰਡੇ ਜਿਹੜੇ ਨੇ ਉਹਨਾਂ ਦਾ ਜਨਮ ਹੋਇਆ ਹੈ। ਰਿਸ਼ੀ ਜੀ ਕਹਿਣ ਲੱਗੇ ਇਹ ਆਉਣ ਵਾਲੇ ਸਮੇਂ ਦੀ ਬਾਤ ਹੈ, ਇਹਨਾਂ ਨੂੰ ਸਾਂਭ ਕੇ ਰੱਖ ਦਿਓ, 1000 ਸਾਲ ਇਸੇ ਤਰ੍ਹਾਂ ਪਏ ਰਹਿਣ ਦਿਓ। ਜਦੋਂ 1000 ਸਾਲ ਬਤੀਤ ਹੋ ਜਾਏਗਾ ਇਹਦੇ ਵਿੱਚੋਂ ਆਪਣੇ ਆਪ ਸੰਤਾਨ ਪੈਦਾ ਹੋ ਜਾਏਗੀ। ਗੁਰਮੁਖੋ ਸਤਯੁਗ ਦਾ ਸਮਾਂ ਹੈ, ਕਰਦਿਆਂ ਕਰਦਿਆਂ 500 ਸਾਲ ਲੰਘ ਗਿਆ।
ਮਾਤਾ ਨੂੰ ਯਾਦ ਆਇਆ ਵੀ ਕਿਤੇ ਮੇਰੇ ਬੱਚੇ ਆਂਡੇ ਦੇ ਵਿੱਚ ਭੁੱਖੇ ਹੀ ਨਾ ਮਰ ਜਾਣ। ਮੈਂ ਤੇ ਵੇਖਿਆ ਹੀ ਨਹੀਂ ਕਦੇ ਉਹਨਾਂ ਨੂੰ ਜਾ ਕੇ, ਕਿਉਂ ਨਾ ਹੋਵੇ ਮੈਂ ਬੱਚੇ ਵਿੱਚੋਂ ਆਂਡੇ ਦੇ ਕੱਢ ਲਿਆਵਾਂ। ਜਦੋਂ ਜਾ ਕੇ ਕਹਿਣ ਲੱਗੇ ਉਸ ਆਂਡੇ ਨੂੰ ਤੋੜਿਆ, 500 ਸਾਲ ਬਤੀਤ ਹੋਣ ਕਰਕੇ ਧੜ ਤੋਂ ਉੱਪਰਲਾ ਸਰੀਰ ਬਣ ਗਿਆ, ਪਰ ਧੜ ਤੋਂ ਥੱਲੇ ਵਾਲਾ ਸਰੀਰ ਨਹੀਂ ਬਣਿਆ। ਉਸ ਬੱਚੇ ਦਾ ਨਾਮ ਅਰੁਣ ਹੈ। ਉਹਨੇ ਆਖਿਆ, ਮਾਂ ਇਹ ਕੀ ਕੀਤਾ, ਹਾਲੇ 500 ਸਾਲ ਹੋਰ ਰੁਕ ਜਾਂਦੀ ਤੇ ਮੇਰਾ ਇਹ ਸਰੀਰ ਪੂਰਾ ਬਣ ਜਾਂਦਾ, ਅਜੇ ਮੇਰਾ ਅੱਧਾ ਸਰੀਰ ਬਣਿਆ ਨਹੀਂ। ਤੇ ਫਿਰ ਜਾ ਕੇ ਉਹ ਬਣਤਾ ਇਸਤਰੀ ਨੇ ਜਾ ਕੇ ਰਿਖੀ ਜੀ ਨੂੰ ਦੱਸਿਆ, ਕਹਿਣ ਲੱਗੇ ਵੀ ਮੈਂ ਇੱਕ ਅੰਡਾ ਤੋੜਿਆ ਹੈ, ਉਹਦੇ ਵਿੱਚੋਂ ਅੱਧਾ ਬਾਲਕ ਬਣਿਆ, ਅੱਧਾ ਹਾਲੇ ਸਰੀਰ ਬਣਿਆ ਨਹੀਂ। ਰਿਖੀ ਜੀ ਕਹਿਣ ਲੱਗੇ ਵੀ ਹੁਣ ਨਹੀਂ ਕੁਝ ਹੋ ਸਕਦਾ, ਇਹਦਾ ਕਰਮ ਹੀ ਇਸੇ ਤਰ੍ਹਾਂ ਦਾ ਸੀ, ਇਹਨੇ ਪਿਛਲੇ ਜਨਮ ਦੇ ਵਿੱਚ ਟਿੱਡੇ ਦੀਆਂ ਲੱਤਾਂ ਤੋੜੀਆਂ ਨੇ, ਇਸ ਕਰਕੇ ਇਹਦੀਆਂ ਲੱਤਾਂ ਇਸ ਜਨਮ ਵਿੱਚ ਹਾਲੇ ਬੰਨੀਆਂ ਸਨ, ਪਰ ਪਰਮਾਤਮਾ ਦਾ ਵਿਧਾਨ ਹੀ ਇਹੋ ਜਿਹਾ ਕਿ ਤੂੰ ਉਸ ਨੂੰ ਪਹਿਲਾਂ ਪ੍ਰਗਟ ਕਰ ਲਿਆ, ਇਸ ਕਰਕੇ ਇਹਦਾ ਸਰੀਰ ਅੱਧਾ ਹੀ ਰਹੇਗਾ, ਇਹ ਪੂਰਾ ਨਹੀਂ ਹੋਣਾ। ਪਰ ਦੂਜਾ ਬਚਨ ਇਹ ਹੈ ਵੀ ਦੂਜੇ ਸਰੀਰ ਨੂੰ, ਦੂਜੇ ਆਂਡੇ ਨੂੰ ਨਾ ਤੋੜਿਆ ਜਾਵੇ, ਉਹਦੇ ਵਾਸਤੇ 500 ਸਾਲ ਹਾਲੇ ਹੋਰ ਰੁਕਿਆ ਜਾਵੇ ਤਾਂ ਕਿ ਉਹਦੀ ਸੰਤਾਨ ਪੂਰੀ ਨਿਕਲੇ। ਜਦੋਂ ਅਗਲਾ 500 ਸਾਲ ਪੂਰਾ ਹੋਇਆ ਤੇ ਦੂਸਰੇ ਅੰਡੇ ਵਿੱਚੋਂ ਫਿਰ ਗਰੁੜ ਦਾ ਜਨਮ ਹੋਇਆ। ਇਹ ਇਹਨਾਂ ਦੀ ਸਾਖੀ ਹੈ ਵੀ ਇਸ ਤਰੀਕੇ ਦੇ ਨਾਲ ਇਹਨਾਂ ਦੇ ਜਨਮ ਹੋਏ। ਪਰ ਕਹਿਣ ਲੱਗੇ ਇੱਕ ਰਥ ਚਲਾਉਂਦਾ ਸੂਰਜ ਦਾ, ਇੱਕ ਭਗਵਾਨ ਵਿਸ਼ਨੂੰ ਨੂੰ ਆਪਣੀ ਪਿੱਠ ਦੇ ਉੱਪਰ ਬਿਠਾ ਕੇ ਉੱਡਦਾ ਹੈ। ਇੰਨੀ ਪਾਵਰ ਤਾਕਤ ਹੋਣ ਦੇ ਬਾਵਜੂਦ ਵੀ ਅਰੁਣ ਆਪਣੇ ਪਿੰਗਲੇਪਨ ਨੂੰ ਦੂਰ ਨਹੀਂ ਕਰ ਸਕਿਆ। ਕਈ ਵਾਰੀ ਸੂਰਜ ਨੂੰ ਆਖਿਆ, ਉਹ ਕਹਿਣ ਲੱਗਾ ਵੀ ਤੇਰਾ ਇਹ ਜਿਹੜਾ ਪਾਪ ਹੈ ਇਹ ਪਰਾਰਬਧ ਕੋਟੀ ਵਿੱਚ ਆ ਗਿਆ, ਇਹ ਤੈਨੂੰ ਭੋਗਣਾ ਹੀ ਪਵੇਗਾ, ਇਹਨੂੰ ਅਸੀਂ ਮਾਫ ਨਹੀਂ ਕਰ ਸਕਦੇ। ਤੇ ਕਈ ਵਾਰੀ ਗਰੁੜ ਨੇ ਆਖਿਆ ਭਗਵਾਨ ਵਿਸ਼ਨੂੰ ਨੂੰ, ਕਹਿਣ ਲੱਗੇ ਜੀ ਮੇਰਾ ਭਰਾ ਪਿੰਗਲਾ, ਆਪ ਜੀ ਕਿਰਪਾ ਕਰੋ। ਕਹਿਣ ਲੱਗੇ ਹੋਰ ਜੇ ਕੋਈ ਮੰਗ ਸਕਦਾ ਤੇ ਅਸੀਂ ਦੇ ਦਿਆਂਗੇ, ਪਰ ਇਹਦਾ ਪਿੰਗਲਾਪਣ ਦੂਰ ਨਹੀਂ ਉਹ ਕਰ ਸਕਦੇ, ਇਹਦਾ ਕਰਮ ਇਹਨੂੰ ਭੁਗਣਾ ਪਵੇਗਾ। ਤੇ ਮਹਾਰਾਜ ਸਮਝਾਉਂਦੇ ਨੇ, ਤੂੰ ਦੇਵੀ ਦੇਵਤਿਆਂ ਦੀ ਪੂਜਾ ਵਿੱਚ ਲੱਗਿਆ ਹੋਇਆ, ਕਦੇ ਕਿਸੇ ਨੂੰ ਪਾਣੀ ਦਿੰਦਾ ਪਿਆ, ਕਦੇ ਕਿਸੇ ਨੂੰ ਕੋਈ ਸਮੱਗਰੀ ਦਿੰਦਾ ਪਿਆ। ਇੰਨੇ ਵੱਡੇ ਵਿਅਕਤੀ ਨੇ, ਇਹ ਦੇਵਤੇ ਤੇ ਉਹਨਾਂ ਦਾ ਕਰਮ ਨਹੀਂ ਕੱਟ ਸਕਦੇ, ਤੇਰਾ ਕਰਮ ਕਿਵੇਂ ਕੱਟ ਦੇਣਗੇ? ਜਿਹੜੇ ਆਪਣੇ ਕਰਮ ਨੂੰ ਆਪ ਭੋਗਦੇ ਪਏ ਨੇ, ਨਹੀਂ ਮਿਟਾ ਸਕੇ ਆਪਣਾ ਕਰਮ, ਉਹ ਤੇਰੇ ਕਰਮ ਨੂੰ ਕਿਵੇਂ ਮੇਟ ਦੇਣਗੇ? ਤਾਂ ਸਾਨੂੰ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਲ ਜੁੜਨਾ ਹੈ ਤੇ ਉਹਦੇ ਨਾਲ ਜੁੜ, ਜਿਹੜਾ ਦੁਨੀਆ ਬਣਾਉਣ ਵਾਲਾ ਹੈ, ਜਿਹੜੀ ਉਹਨੇ ਦੁਨੀਆ ਬਣਾਈ ਹੈ ਉਹਦੇ ਨਾਲ ਨਾ ਜੁੜ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਰੱਬ ਨੇ ਸੰਸਾਰ ਬਣਾਇਆ, ਇੱਕ ਚਿੱਤਰਕਾਰ ਨੇ ਤਸਵੀਰ ਬਣਾਈ ਹੈ, ਚਿੱਤਰਕਾਰ ਨੇ ਤਸਵੀਰ ਬੜੀ ਸੋਹਣੀ ਬਣਾਈ ਹੈ, ਵੇਖਣ ਵਾਲੇ ਦਾ ਮਨ ਮੋਹਿਆ ਗਿਆ। ਪਰ ਜੇ ਹੁਣ ਵੇਖਣ ਵਾਲਾ ਉਹਦੀ ਤਸਵੀਰ ਦੇ ਨਾਲ ਹੀ ਪਿਆਰ ਕਰਨ ਲੱਗ ਪਵੇ, ਚਿੱਤਰਕਾਰ ਨੂੰ ਜਾਣੇ ਹੀ ਨਾ ਵੀ ਚਿੱਤਰਕਾਰ ਕੌਣ ਹੈ, ਬਣਾਉਣ ਵਾਲਾ, ਪੇਂਟਿੰਗ ਬਣਾਉਣ ਵਾਲਾ ਪੇਂਟਰ ਕੌਣ ਹੈ, ਮੈਨੂੰ ਨਹੀਂ ਪਤਾ, ਪਰ ਪੇਂਟਿੰਗ ਬੜੀ ਸੋਹਣੀ ਬਣਾਈ, ਚਿੱਤਰ ਬੜਾ ਸੋਹਣਾ ਬਣਾਇਆ। ਇਹਦੇ ਵਿੱਚ ਬਣਾਉਣ ਵਾਲੇ ਦੀ ਬਹੁਤੀ ਖੁਸ਼ੀ ਨਹੀਂ ਹੋਵੇਗੀ, ਕਿਉਂਕਿ ਅਸੀਂ ਉਹਦੀ ਚਿੱਤਰਕਾਰੀ ਨਾਲ ਹੀ ਮੋਹ ਪਾ ਲਿਆ। ਜਿਹਨੇ ਚਿੱਤਰਕਾਰੀ ਬਣਾਈ ਹੈ ਉਹਨੂੰ ਨਹੀਂ ਜਾਣਿਆ। ਪਰਮਾਤਮਾ ਚਿੱਤਰਕਾਰ ਹੈ, ਜਿਹਨੇ ਇਹ ਦੁਨੀਆ ਦੀ ਚਿੱਤਰਕਾਰੀ ਕੀਤੀ ਹੈ। ਅਸੀਂ ਦੁਨੀਆ ਵਿੱਚ ਆ ਕੇ ਦੁਨੀਆ ਨਾਲ ਪ੍ਰੇਮ ਪਾ ਕੇ ਬੈਠ ਗਏ, ਉਹਦੀ ਚਿੱਤਰਕਾਰੀ ਦੇ ਨਾਲ, ਉਹਦੇ ਰੰਗ ਬੂਟਿਆਂ ਦੇ ਨਾਲ ਮੋਹ ਪਾ ਲਿਆ। ਪਰ ਜਿਹਨੇ ਚਿੱਤਰਕਾਰੀ ਬਣਾਈ ਹੈ ਉਹ ਬਣਾਉਣ ਵਾਲਾ ਕਦੇ ਚੇਤੇ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਤਜ ਚਿਤਰੈ ਚਿਤ ਰਾਖ ਚਿਤੇਰਾ, 52 ਅੱਖਰੀ ਦਾ ਬਚਨ ਹੈ। ਤਜ ਚਰਿਤਰੈ, ਇਹ ਚਿੱਤਰ ਛੱਡਦੇ ਜਿਹੜੇ ਵੇਖਦਾ ਪਿਆ ਤਸਵੀਰਾਂ। ਚਿਤ ਰਾਖ ਚਤੇਰਾ, ਜਿਹੜਾ ਬਣਾਉਣ ਵਾਲਾ ਨਾ ਉਹਨੂੰ ਚੇਤੇ ਰੱਖ ਵੀ ਬਣਾਇਆ ਕਿਹਨੇ ਹੈ ਸੰਸਾਰ, ਉਹਦੇ ਨਾਲ ਜੁੜ। ਗੁਰਮੁਖੋ ਸਾਡੀ ਹਾਲਤ ਇਹੋ ਜਿਹੀ ਹੈ, ਜਿਹੜੇ ਪ੍ਰਮਾਤਮਾ ਨੇ ਦੇਵੀ ਦੇਵਤੇ ਬਣਾਏ ਨੇ, ਪੀਰ ਪੈਗੰਬਰ ਬਣਾਏ ਨੇ, ਰਿਸ਼ੀ ਮੁਨੀ ਬਣਾਏ ਨੇ, ਅਸੀਂ ਉਹਨਾਂ ਦੇ ਨਾਲ ਹੀ ਜੁੜ ਗਏ, ਉਹਦੀ ਚਿੱਤਰਕਾਰੀ ਨਾਲ ਹੀ ਜੁੜ ਗਏ ਹਾਂ। ਪਰ ਜਿਹਨੇ ਬਣਾਏ ਨੇ ਕਦੇ ਉਹਨੂੰ ਯਾਦ ਨਹੀਂ ਕੀਤਾ। ਦਾਤ ਪਿਆਰੀ ਵਿਸਰਿਆ ਦਾਤ, ਸਾਨੂੰ ਕਿਸੇ ਨੇ ਕੋਈ ਚੀਜ਼ ਦੇ ਦਿੱਤੀ, ਅਸੀਂ ਉਹਦੇ ਨਾਲ ਜੁੜ ਗਏ, ਉਹਦੇ ਗੁਣ ਗਾਈ ਜਾਵਾਂਗੇ। ਪਰ ਜਿਹਨੇ ਦਾਤ ਦਿੱਤੀ ਹੈ ਉਹਨੂੰ ਚੇਤੇ ਨਹੀਂ ਕੀਤਾ। ਦਾਤ ਪਿਆਰੀ ਹੈ ਪਰ ਦਾਤ ਦੇਣ ਵਾਲਾ ਨਹੀਂ। ਇਹ ਮਨੁੱਖ ਦੀ ਹਾਲਤ ਹੈ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜਿਨ੍ਹਾਂ ਦੇਵਤਿਆਂ ਨੂੰ ਤੂੰ ਪਾਣੀ ਦਿੰਦਾ ਫਿਰਦਾ ਨਾ, ਲੋਕ ਗੜਵੀ ਚੁੱਕ ਕੇ ਸੂਰਜ ਨੂੰ ਪਾਣੀ ਦਿੰਦੇ, ਲੋਕ ਕਈਆਂ ਤਰ੍ਹਾਂ ਦਾ ਪ੍ਰਸ਼ਾਦ ਜਾ ਕੇ ਚੜਾਉਂਦੇ ਆ, ਦੇਵੀ ਦਾ ਦੇਵਤੇ ਦਾ ਪ੍ਰਸ਼ਾਦ ਹੈ। ਕਹਿਣ ਲੱਗੇ ਜਿਨ੍ਹਾਂ ਦੇ ਮਗਰ ਲੱਗਾ ਹੋਇਆ, ਉਹਨਾਂ ਨੇ ਆਪਣੇ ਕਰਮ ਆਪ ਨਹੀਂ ਮਿਟੇ, ਉਹਨਾਂ ਕੋਲੋਂ ਮਿਟੇ ਨਹੀਂ, ਉਹਨਾਂ ਨੂੰ ਆਪ ਭੋਗਣੇ ਪਏ ਨੇ, ਤੇਰੇ ਕਿਵੇਂ ਮੇਟ ਦੇਣਗੇ। ਭਗਤ ਤਰਲੋਚਨ ਜੀ ਇੱਥੇ ਕਹਿ ਰਹੇ, ਕਹਿਣ ਲੱਗੇ ਭਾਈ ਇਹ ਵਿਸ਼ਵ ਕਾ ਦੀਪ ਸੁਆਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੁੜ ਤਾਚੇ ਬੰਧਵਾ ਕਰਮ ਕਰ ਅਰੁਣ ਪਿੰਗਲਾ ਰੀ। ਅਰੁਣ ਦਾ ਪਿੰਗਲਾਪਣ ਕੋਈ ਦੂਰ ਨਹੀਂ ਕਰ ਸਕਿਆ, ਭਾਵੇਂ ਕਿ ਉਹ ਸੂਰਜ ਦਾ ਨੌਕਰ ਹੈ, ਭਾਵੇਂ ਉਹ ਵਿਸ਼ਨੂੰ ਭਗਵਾਨ ਦਾ ਵਹੀਕਲ ਹੈ, ਆਉਣ ਜਾਣ ਵਾਲਾ, ਪਰ ਆਪਣੇ ਕਰਮ ਨੂੰ ਦੂਰ ਨਹੀਂ ਉਹ ਕਰ ਸਕੇ। ਐਡੇ ਵੱਡੇ ਦੇਵਤਿਆਂ ਦੇ ਐਡੇ ਵੱਡੇ ਸੇਵਾਦਾਰ, ਤੇ ਫਿਰ ਤੇਰਾ ਕਿਵੇਂ ਪਾਰ ਉਤਾਰਾ ਹੋਵੇਗਾ। ਇਹ ਬਚਨ ਬੜਾ ਡੂੰਘਾ ਹੈ। ਸਤਿਗੁਰੂ ਪਾਤਸ਼ਾਹ ਸਮਰੱਥ ਨੇ ਤਾਂ ਹੀ ਆਖਿਆ, ਗੁਰ ਜੈਸਾ ਨਾਹੀ ਕੋ ਦੇਵ, ਕੋਈ ਦੇਵਤਾ ਗੁਰੂ ਵਰਗਾ ਨਹੀਂ ਹੈ। ਉਹਦਾ ਭਾਵ ਕੀ ਹੈ? ਕਰਮਾਂ 'ਚ ਨਹੀਂ ਲਿਖੀ ਹੋਈ ਵਸਤੂ ਕਰਮਾਂ ਵਿੱਚ ਮਿਲ ਜਾਂਦੀ ਹੈ। ਦੇਵਤੇ ਨੇ ਆਖਿਆ ਵੀ ਤੇਰੇ ਕਰਮਾਂ 'ਚ ਲਿਖਿਆ, ਇਹ ਤੈਨੂੰ ਭੋਗਣਾ ਪਵੇਗਾ। ਗੁਰੂ ਨੇ ਇਹ ਨਹੀਂ ਆਖਿਆ ਵੀ ਤੇਰੇ ਕਰਮਾਂ 'ਚ ਲਿਖਿਆ ਤੈਨੂੰ ਭੋਗਣਾ ਪਵੇਗਾ। ਲਿਖੇ ਹੋਏ ਕਰਮ ਨੂੰ ਮੇਟਣ ਦੀ ਸਮਰੱਥਾ ਰੱਖਦੇ ਗੁਰੂ ਪਾਤਸ਼ਾਹ, ਤੇ ਨਹੀਂ ਲਿਖਿਆ ਹੋਇਆ ਕਰਮ ਤੇ ਉਹਨੂੰ ਲਿਖਣ ਦੀ ਸਮਰੱਥਾ ਰੱਖਦੇ। ਇੰਨੀ ਤਾਕਤ ਉਹਨਾਂ ਦੇ ਕੋਲ ਹੈ। ਆਪਾਂ ਸਾਖੀ ਇਤਿਹਾਸ ਵਿੱਚ ਬਚਨ ਸਰਵਨ ਕਰਦੇ ਨਾ, ਬੀਬੀ ਸੁਲੱਖਣੀ ਜੀ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ, ਘਰ ਦੇ ਵਿੱਚ ਔਲਾਦ ਕੋਈ ਨਹੀਂ ਹੈ, ਬੜੇ ਯਤਨ ਕੀਤੇ, ਦਵਾਈਆਂ ਬੂਟੀਆਂ ਬੜੀਆਂ ਖਾਧੀਆਂ, ਮੰਤਰ ਤੰਤਰ ਜੋ ਵੀ ਕਿਸੇ ਨੇ ਦੱਸਿਆ। ਵਿਦਵਾਨਾਂ ਦਾ ਕਥਨ ਹੈ ਕਿ ਸੰਤਾਨ ਦੇ ਬਦਲੇ ਮਾਂ-ਬਾਪ ਨੂੰ ਮਿੰਗਣਾ ਤੱਕ ਖਾਣੀਆਂ ਪੈਂਦੀਆਂ। ਕੋਈ ਸਾਧੂ ਸੰਤ, ਕੋਈ ਵੈਦ ਹਕੀਮ ਕਹਿ ਦੇਵੇ ਨਾ ਵੀ ਤੈਨੂੰ ਆਹ ਚੀਜ਼ ਖਾਣੀ ਪਵੇਗੀ ਪੁੜੀ ਬਣਾ ਕੇ, ਤੇ ਉਹ ਖਾਵੇਗਾ ਭਾਵੇਂ ਕੁਝ ਵੀ ਹੋਵੇ। ਸੰਤਾਨ ਜ਼ਰੂਰ ਹੋਣੀ ਚਾਹੀਦੀ ਹੈ, ਇਸ ਵਾਸਤੇ ਵਿਅਕਤੀ ਹਰੇਕ ਯਤਨ ਕਰੇਗਾ। ਹੁਣ ਇਹ ਜਿਹੜੀ ਮਾਈ ਸੁਲੱਖਣੀ ਹੈ, ਬੀਬੀ ਸੁਲੱਖਣੀ ਨੇ ਯਤਨ ਤੇ ਬੜੇ ਕੀਤੇ ਹੋਣਗੇ ਨਾ, ਥਾਵਾਂ ਥਾਵਾਂ ਤੇ ਜਾ ਕੇ ਨੱਕ ਗੋਡਾ ਰਗੜਿਆ ਹੋਵੇਗਾ, ਕਈ ਤਰ੍ਹਾਂ ਦੀਆਂ ਦਵਾਈਆਂ ਬੂਟੀਆਂ ਖਾਧੀਆਂ ਹੋਣਗੀਆਂ, ਕਈ ਤਰ੍ਹਾਂ ਦੇ ਉਪਚਾਰ ਕੀਤੇ ਹੋਣਗੇ। ਕੋਈ ਲੋਕ ਜਾ ਕੇ ਚੁਰਾਹੇ ਵਿੱਚ ਨਹਾਉਂਦੇ ਨੇ, ਕੋਈ ਪਿੱਪਲ ਥੱਲੇ ਜਾ ਕੇ ਨਹਾਉਂਦਾ, ਕਿ ਖੂਹ ਤੇ ਜਾ ਕੇ ਮੰਜਾ ਡਾਹ ਕੇ ਨਹਾਉਂਦਾ। ਕਰਦੇ ਤੇ ਸਾਰੇ ਹੀ ਨੇ ਨਾ ਸਾਰਾ ਕੁਝ, ਪਰ ਜਦੋਂ ਇਹਦਾ ਕੋਈ ਕਰਮ ਪਾਸ ਨਹੀਂ ਨਾ ਹੋਇਆ, ਗੱਲ ਨਹੀਂ ਬਣੀ ਹੈ, ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੀ 10 ਭਾਈ ਕਿਸੇ ਨੇ ਕਹਿਣ ਲੱਗੇ ਕਿ ਗੁਰੂ ਪਾਤਸ਼ਾਹ ਦੇ ਕੋਲ ਜਾ, ਜੇ ਉਹਨਾਂ ਨੇ ਵਰ ਦਿੱਤਾ ਤੇ ਦਾਤ ਮਿਲੇਗੀ ਜ਼ਰੂਰ। ਉਸ ਵੇਲੇ ਬੀਬੀ ਸੁਲੱਖਣੀ ਜੀ ਫਿਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਕੋਲ ਆਏ। ਬੇਅੰਤ ਸੰਗਤਾਂ ਬੈਠੀਆਂ ਹੋਈਆਂ ਦਰਬਾਰ ਦੇ ਵਿੱਚ, ਕੀਰਤਨ ਦੇ ਪ੍ਰਵਾਹ ਚੱਲਦੇ ਪਏ, ਬਚਨ ਬਿਲਾਸ ਮਹਾਰਾਜ ਕਰਦੇ ਪਏ। ਇਹਨੇ ਚਿਰ ਨੂੰ ਬੀਬੀ ਸੁਲੱਖਣੀ ਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਘਰ ਵਿੱਚ ਸੰਤਾਨ ਕੋਈ ਨਹੀਂ, ਆਪ ਜੀ ਕਿਰਪਾ ਕਰ ਦਿਓ, ਇੱਕ ਪੁੱਤਰ ਪ੍ਰਾਪਤ ਹੋ ਜਾਵੇ, ਮੇਰਾ ਨਾਂ ਦੁਨੀਆ ਤੇ ਰਹਿ ਜਾਏਗਾ, ਮੇਰਾ ਦੁਨੀਆ ਤੋਂ ਜਾਣਾ ਸੌਖਾ ਹੋ ਜਾਏਗਾ। ਆਪ ਜੀ ਕਿਰਪਾ ਕਰੋ, ਜੋ ਧਨ ਪਦਾਰਥ ਮੇਰੇ ਕੋਲ ਹੈ ਇਹਨਾਂ ਨੂੰ ਸਾਂਭਣ ਵਾਲਾ ਕੋਈ ਮੈਨੂੰ ਮਿਲ ਜਾਏ। ਜਦੋਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਸਨ। ਮਹਾਰਾਜ ਨੇ ਵੇਖਿਆ ਸੁਲੱਖਣੀ ਜੀਆਂ ਦੇ ਮੂੰਹ ਦੇ ਵੱਲ, ਮਹਾਰਾਜ ਦੇ ਮੁਖੋਂ ਬਚਨ ਨਿਕਲਿਆ, ਕਹਿਣ ਲੱਗੇ ਤੈਨੂੰ ਤਾਂ ਨਹੀਂ ਮਿਲਿਆ ਕਿਉਂਕਿ ਤੇਰੇ ਕਰਮਾਂ ਵਿੱਚ ਨਹੀਂ ਹੈ। ਕਰਮਾਂ ਦੇ ਵਿੱਚ ਪ੍ਰਾਪਤ ਹੋਈ ਚੀਜ਼ ਆਪਣੇ ਆਪ ਮਿਲ ਜਾਂਦੀ ਹੈ, ਜਿਹੜੀ ਕਰਮਾਂ 'ਚ ਨਾ ਹੋਵੇ ਉਹ ਖੋਹਿਆਂ ਵੀ ਪ੍ਰਾਪਤ ਨਹੀਂ ਹੁੰਦੀ। ਤੇਰੇ ਕਰਮਾਂ ਵਿੱਚ ਨਹੀਂ, ਤੂੰ ਯਤਨ ਤੇ ਕੀਤੇ ਹੋਣਗੇ, ਪਰ ਉਹ ਯਤਨ ਕਾਮਯਾਬ ਤਾਂ ਨਹੀਂ ਕਿਉਂਕਿ ਕਰਮ ਨਹੀਂ ਬਣਿਆ। ਮਹਾਰਾਜ ਫਿਰ ਤੁਹਾਡੇ ਦਰ ਵਿੱਚ ਆਏ ਆ, ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਜਦੋਂ ਕਰਮਾਂ ਵਿੱਚ ਨਹੀਂ ਤੇ ਫਿਰ ਪ੍ਰਾਪਤ ਕਿਵੇਂ ਹੋਵੇ। ਅਸੀਂ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੇ ਹਾਂ, ਭਾਣੇ ਵਿੱਚ ਰਹਿੰਦੇ ਹਾਂ, ਕਰਮਾਂ ਬਿਨਾਂ ਦਾਤ ਨਹੀਂ ਹੈ। ਇਹਨਾਂ ਬਚਨ ਕਹਿ ਕੇ ਮਹਾਰਾਜ ਨੇ ਆਪਣਾ ਰੁਖ ਬਦਲ ਲਿਆ, ਉਹਦੇ ਵੱਲੋਂ ਧਿਆਨ ਉਠਾ ਕੇ ਹੋਰ ਪਾਸੇ ਮਹਾਰਾਜ ਨੇ ਹੋਰ ਸਿੱਖਾਂ ਨਾਲ ਬਚਨ ਕਰਨ ਲੱਗ ਪਏ। ਬੀਬੀ ਕੁਝ ਕੁ ਸਮਾਂ ਦਰਬਾਰ ਦੇ ਵਿੱਚ ਬੈਠੀ ਹੈ ਤੇ ਬਾਅਦ ਵਿੱਚ ਉੱਠ ਕੇ ਬਾਹਰ ਨੂੰ ਤੁਰ ਪਈ ਹੈ, ਪਰ ਜਾਂਦਿਆਂ ਰੋਂਦੀ ਜਾਂਦੀ ਹੈ। ਇਸ ਰੋਂਦੀ ਜਾਂਦੀ ਨੂੰ ਵੇਖ ਕੇ ਕਹਿਣ ਲੱਗੇ ਗੁਰੂ ਕੇ ਸਿੱਖ,
ਭਾਈ ਸਾਹਿਬ ਭਾਈ ਗੁਰਦਾਸ ਜੀ ਮਿਲ ਗਏ। ਉਹਨਾਂ ਨੇ ਪੁੱਛ ਲਿਆ, ਕਹਿਣ ਲੱਗੇ ਵੀ ਮਾਈ ਬੀਬੀ ਭੈਣ, ਇਸ ਦਰਬਾਰ ਦੇ ਵਿੱਚ ਲੋਕ ਰੋਂਦੇ ਆਉਂਦੇ ਵੇਖੇ ਜਾਂਦੇ, ਜਦੋਂ ਘਰ ਤੋਂ ਆਉਂਦੇ ਨੇ ਉਦੋਂ ਰੋਂਦੇ ਆਉਂਦੇ ਨੇ, ਕਿਉਂਕਿ ਕਰਮਾਂ ਦਾ ਦੁੱਖ ਕਿਸੇ ਨੂੰ ਕੋਈ ਲੱਗਾ, ਕਿਸੇ ਨੂੰ ਕੋਈ ਲੱਗਾ। ਹਰੇਕ ਬੰਦਾ ਕਿਸੇ ਨਾ ਕਿਸੇ ਗੱਲ ਤੋਂ ਦੁਖੀ ਜ਼ਰੂਰ ਹੈ, ਕੋਈ ਦੁਨੀਆ ਵਿੱਚ ਸੁਖੀ ਨਹੀਂ ਹੈ। ਡਿੱਠਾ ਸਭ ਸੰਸਾਰ ਸੁਖ ਨਾ, ਕਿਉਂਕਿ ਸਾਰੇ ਨਾਮ ਨਹੀਂ ਜਪਣਗੇ। ਕੋਟਨ ਮੈਂ ਨਾਨਕ ਕੋ, ਕਰੋੜਾਂ ਵਿੱਚ ਕੋਈ ਨਾਮ ਜਪਣ ਵਾਲਾ ਨਹੀਂ, ਤੇ ਉਹਦੇ ਤੋਂ ਬਿਨਾਂ ਦੁਨੀਆ ਨੂੰ ਕੋਈ ਨਾ ਕੋਈ ਵੇਖਣ ਨੂੰ ਲੱਗਦਾ ਹੈ ਕਿ ਇਹ ਸਰੀਰ ਬੜਾ ਤੰਦਰੁਸਤ ਹੈ, ਇਹ ਬੰਦਾ ਬੜਾ ਟਾਈਮ ਦਾ ਪੱਕਾ ਹੈ, ਇਹ ਬੰਦਾ ਬੜੀਆਂ ਖੁਸ਼-ਖੁਸ਼ ਗੱਲਾਂ ਕਰਦਾ, ਪਰ ਇਹ ਨਹੀਂ ਪਤਾ ਵੀ ਇਹਦੇ ਅੰਦਰ ਕੀ ਰਿੱਝਦਾ ਪਿਆ, ਇਹਦੇ ਅੰਦਰ ਕੀ ਦੁੱਖ ਹੈ। ਦੁੱਖ ਤੇ ਕੋਈ ਨਾ ਕੋਈ ਹਰੇਕ ਨੂੰ ਹੀ ਹੈ, ਲੋੜ ਤੇ ਹਰੇਕ ਨੂੰ ਹੀ ਹੈ ਕੋਈ ਨਾ ਕੋਈ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਦੁਨੀਆ ਆਪਣੇ ਦੁੱਖਾਂ ਕਰਕੇ ਪਰੇਸ਼ਾਨ ਰੋਂਦੀ ਆਉਂਦੀ ਅਸੀਂ ਵੇਖਦੇ ਹਾਂ ਦਰਬਾਰ ਦੇ ਵਿੱਚ, ਪਰ ਜਦੋਂ ਇੱਥੇ ਆ ਜਾਂਦੇ ਨਾ, ਇੱਥੋਂ ਉਹਨਾਂ ਦੀ ਲੋੜ ਪੂਰੀ ਹੋ ਜਾਂਦੀ ਤੇ ਉਹ ਲੋਕ ਖੁਸ਼ ਹੋ ਕੇ ਘਰ ਨੂੰ ਜਾਂਦੇ ਨੇ। ਪਰ ਬੀਬੀ ਤੂੰ ਪਹਿਲੀ ਐਸੀ ਹੈ ਜਿਹੜੀ ਘਰੋਂ ਰੋਂਦੀ ਆਈ ਹੈ ਤੇ ਘਰ ਨੂੰ ਰੋਂਦੀ ਤੁਰੀ ਜਾਂਦੀ ਹੈ, ਕਾਰਨ ਕੀ ਹੈ? ਤੇ ਫਿਰ ਬੀਬੀ ਨੇ ਦੱਸਿਆ, ਕਹਿਣ ਲੱਗੀ ਵੀ ਕਾਰਨ ਇਹ ਵੀ ਘਰ ਵਿੱਚ ਸੰਤਾਨ ਨਹੀਂ ਹੈ, ਪੁੱਤਰ ਨਹੀਂ ਹੈ, ਬੱਚਾ ਕੋਈ ਹੈ ਨਹੀਂ। ਯਤਨ ਬੜੇ ਕੀਤੇ ਥਾਵਾਂ ਥਾਵਾਂ ਤੇ ਨੱਕ ਗੋਡਾ ਰਗੜਿਆ, ਪਰ ਗੱਲ ਨਹੀਂ ਬਣੀ। ਇੱਕ ਆਸ ਹੈ ਮੈਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਦੀ, ਮੈਂ ਇੱਥੇ ਬੜੀ ਆਸਾ ਲੈ ਕੇ ਆਈ ਕਿ ਮਹਾਰਾਜ ਕਿਰਪਾ ਕਰ ਦੇਣਗੇ, ਪਰ ਸਤਿਗੁਰਾਂ ਨੇ ਵੀ ਆਖਿਆ ਵੀ ਤੇਰੇ ਤੇ ਕਰਮਾਂ ਵਿੱਚ ਹੀ ਹੈ ਨਹੀਂ। ਜਦੋਂ ਮਹਾਰਾਜ ਨੇ ਇਹ ਗੱਲ ਹੀ ਕਹਿ ਦਿੱਤੀ ਹੈ ਵੀ ਕਰਮਾਂ ਵਿੱਚ ਨਹੀਂ ਹੈ, ਤੇ ਫਿਰ ਤੇ ਮਿਲਣਾ ਹੀ ਨਹੀਂ। ਮੇਰੀ ਆਸ ਟੁੱਟ ਗਈ ਹੈ, ਮੇਰਾ ਮਨੋਬਲ ਟੁੱਟ ਗਿਆ, ਮੇਰਾ ਵਿਸ਼ਵਾਸ ਵੀ ਟੁੱਟ ਗਿਆ, ਮੈਂ ਅੰਦਰੋਂ ਟੁੱਟ ਗਈ ਹਾਂ ਵੀ ਜੇ ਮਹਾਰਾਜ ਨੇ ਆਖਿਆ ਤੇ ਹੋਣਾ ਕੁਝ ਨਹੀਂ ਹੈ। ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਣ ਲੱਗੇ, ਸਾਰੀ ਸਾਖੀ ਸਾਰਾ ਬਚਨ ਸਮਝਾਇਆ। ਕਹਿਣ ਲੱਗੇ ਜਿਵੇਂ ਮੈਂ ਦੱਸਣ ਲੱਗਾ ਇਸੇ ਤਰ੍ਹਾਂ ਕਰ, ਤੇਰੀ ਮੁਰਾਦ ਪੂਰੀ ਹੋਵੇਗੀ। ਚਲੇਗੀ ਆਪਣੇ ਘਰ ਨੂੰ ਬਚਨ ਸਮਝ ਕੇ। ਸਮਝਾਉਣ ਵਾਲਾ ਚੰਗਾ ਹੋਵੇ ਨਾ, ਪੜ੍ਹਾਉਣ ਵਾਲਾ ਚੰਗਾ ਹੋਵੇ, ਤੇ ਨਲਾਇਕ ਨੂੰ ਵੀ ਉਹ ਕਿਸੇ ਨਾ ਕਿਸੇ ਬੰਨੇ ਲਾ ਦਿੰਦਾ। ਨਲਾਇਕ ਬੰਦਾ ਵੀ ਕਿਤੇ ਪਹੁੰਚ ਹੀ ਜਾਂਦਾ ਜੇ ਸਮਝਾਉਣ ਜਾਂ ਪੜ੍ਹਾਉਣ ਵਾਲਾ ਚੰਗਾ ਹੋਵੇ। ਅਗਲਾ ਦਿਨ ਚੜ੍ਹਿਆ, ਇਸ਼ਨਾਨ ਪਾਣ ਕੀਤਾ, ਇਹ ਬੀਬੀ ਫਿਰ ਤਿਆਰ ਹੋ ਕੇ ਚੱਲ ਪਈ ਮਹਾਰਾਜ ਦੇ ਦਰਬਾਰ ਵੱਲ। ਅੱਜ ਕੱਲ੍ਹ ਵਾਲੀ ਚਿੰਤਾ ਨਹੀਂ ਹੈ, ਅੱਜ ਕੱਲ੍ਹ ਵਾਲਾ ਫਿਕਰ ਨਹੀਂ ਹੈ, ਅੱਜ ਥੋੜ੍ਹੀ ਹਿੰਮਤ ਹੈ, ਅੱਜ ਥੋੜ੍ਹੀ ਦਲੇਰੀ ਹੈ, ਅੱਜ ਥੋੜ੍ਹਾ ਹੌਸਲਾ ਵੀ ਹੈ। ਸਿੱਖ ਨੇ ਪੱਟੀ ਜੋ ਪੜ੍ਹਾਈ ਹੈ ਵੀ ਇਸ ਤਰ੍ਹਾਂ ਕਰ। ਆਈ ਮਹਾਰਾਜ ਦੇ ਦਰਬਾਰ ਵਿੱਚ, ਫਿਰ ਨਮਸਕਾਰ ਕੀਤੀ ਹੈ। ਕਈਆਂ ਨੇ ਬਚਨ ਲਿਖਿਆ ਵੀ ਮਹਾਰਾਜ ਉਸ ਵੇਲੇ ਘੋੜੇ ਤੇ ਚੜ੍ਹ ਕੇ ਸ਼ਿਕਾਰ ਨੂੰ ਜਾਂਦੇ ਪਏ ਸਨ, ਕੁਝ ਸਿੱਖਾਂ ਨੂੰ ਨਾਲ ਲੈ ਕੇ। ਉਸ ਵੇਲੇ ਆ ਕੇ ਮਿਲੀ ਹੈ, ਆ ਕੇ ਆਖਿਆ ਮਹਾਰਾਜ ਆਪ ਜੀ ਕਿਰਪਾ ਕਰੋ, ਪੁੱਤਰ ਦੀ ਦਾਤ ਬਖਸ਼ ਦਿਓ। ਤੇ ਸਤਿਗੁਰਾਂ ਨੇ ਇਹਦੇ ਚਿਹਰੇ ਵੱਲ ਵੇਖ ਕੇ ਕੱਲ੍ਹ ਵਾਲਾ ਬਚਨ ਯਾਦ ਆ ਗਿਆ। ਕਹਿਣ ਲੱਗੇ ਤੇਰੇ ਕਰਮਾਂ 'ਚ ਨਹੀਂ ਲਿਖਿਆ ਹੋਇਆ, ਤੇ ਕਰਮਾਂ 'ਚ ਨਾ ਲਿਖੀ ਹੋਈ ਵਸਤੂ ਮਿਲਦੀ ਨਹੀਂ ਹੈ, ਜੇ ਲਿਖਿਆ ਹੁੰਦਾ ਤੇ ਮਿਲ ਜਾਂਦਾ। ਜਦੋਂ ਇਹ ਬਚਨ ਕੀਤਾ ਨਾ ਸਤਿਗੁਰਾਂ ਨੇ, ਤੇ ਮਾਈ ਇਹੋ ਬੀਬੀ ਇਹੋ ਹੀ ਉਡੀਕਦੀ ਪਈ ਸੀ ਵੀ ਮਹਾਰਾਜ ਇਹ ਗੱਲ ਕਹਿਣ ਤੇ ਫਿਰ ਮੈਂ ਸਵਾਲ ਕਰਾਂ। ਸਤਿਗੁਰੂ ਕਹਿਣ ਲੱਗੇ ਕਰਮਾਂ 'ਚ ਲਿਖਿਆ ਨਹੀਂ। ਕਹਿਣ ਲੱਗੇ ਕਾਗਜ਼ ਤੇ ਕਲਮ ਅੱਗੇ ਕਰਕੇ ਆਖਿਆ ਮਹਾਰਾਜ ਜੇ ਉੱਥੇ ਨਹੀਂ ਲਿਖਿਆ ਇੱਥੇ ਲਿਖ ਦਿਓ, ਕਿਉਂਕਿ ਲਿਖਣ ਵਾਲੇ ਉੱਥੇ ਵੀ ਤੁਸੀਂ ਆਪ ਹੋ ਤੇ ਇੱਥੇ ਵੀ ਤੁਸੀਂ ਆਪ ਹੀ ਹੋ। ਬੋਲੇ ਸੋ ਨਿਹਾਲ। ਫਿਰ ਮਹਾਰਾਜ ਲਿਖ ਦਿਓ ਤੁਸੀਂ, ਜੇ ਲਿਖਿਆ ਨਹੀਂ ਤੇ ਮਹਾਰਾਜ ਤੁਹਾਡੇ ਤੋਂ ਕੋਈ ਬਚਨ ਗੁੱਝਾ ਨਹੀਂ ਹੈ, ਤੁਸੀਂ ਸਮਰੱਥ ਹੋ। ਜਦੋਂ ਮਹਾਰਾਜ ਨੇ ਬਚਨ ਸੁਣਿਆ ਨਾ, ਸਤਿਗੁਰੂ ਬੜੇ ਖੁਸ਼ ਹੋਏ ਸੁਣ ਕੇ। ਮਹਾਰਾਜ ਜਾਣ ਗਿਆ ਵੀ ਸਾਡੇ ਸਿੱਖ ਨੇ ਕਿਸੇ ਨੇ ਪੜ੍ਹਾ ਦਿੱਤਾ ਇਹਨੂੰ, ਤਾਂ ਇਹਨੇ ਏਡੀ ਵੱਡੀ ਗੱਲ ਆਖੀ ਹੈ। ਇੰਨੇ ਪ੍ਰਸੰਨ ਹੋਏ ਜਦੋਂ ਮਹਾਰਾਜ ਕਾਗਜ਼ ਤੇ ਅਕਸ਼ਰ ਪਾਇਆ। ਕਹਿਣ ਲੱਗੇ ਤੂੰ ਇੱਕ ਪੁੱਤਰ ਦੀ ਮੰਗ ਕੀਤੀ, ਅਸੀਂ ਤੈਨੂੰ 7 ਪੁੱਤਰ ਬਖਸ਼ਿਸ਼ ਕਰਾਂਗੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਹੈ ਤੇ ਸਭ ਕੁਝ, ਪਰ ਮਿਲਦਾ ਉਹਨੂੰ ਹੈ ਜਿਹਨੂੰ ਆਪ ਦੇਵੇ। ਜਿਹਨੂੰ ਦੇਵੇ ਨਾ ਉਹਦੇ ਹੁੰਦਿਆਂ, ਹੁਣ ਸਾਡੇ ਘਰ ਵਿੱਚ ਮੰਨ ਲਓ ਕਮਰੇ 'ਚ ਸਾਰਾ ਕੁਝ ਹੀ ਪਿਆ, ਤੇ ਸਾਡੇ ਕੋਲੋਂ ਕੋਈ ਮੰਗਣ ਆ ਜਾਵੇ, ਉਹਨੂੰ ਮਿਲੇਗਾ ਤਾਂ ਜੇ ਅਸੀਂ ਕੱਢ ਕੇ ਦੇਵਾਂਗੇ ਵੀ ਠਹਿਰ ਜਾ ਭਾਈ ਤੈਨੂੰ ਦੇ ਦਿੰਦੇ ਹਾਂ। ਜੇ ਅਸੀਂ ਆਖੀਏ ਵੀ ਦੇਣਾ ਹੀ ਨਹੀਂ ਆਪਾਂ, ਫਿਰ ਭਾਵੇਂ ਕਮਰਾ ਭਰਿਆ ਵੀ ਪਿਆ ਹੋਵੇ ਤਾਂ ਵੀ ਕੁਝ ਨਹੀਂ ਮਿਲੇਗਾ। ਪਰਮਾਤਮਾ ਦੇ ਕੋਲ ਖਜ਼ਾਨੇ ਸਾਰੇ ਹੀ ਭਰੇ ਹੋਏ ਨੇ, ਪਰ ਮਿਲਦਾ ਉਹਨੂੰ ਕੁਝ ਹੈ ਜਿਹਨੂੰ ਆਪ ਦੇਣਾ ਚਾਹਵੇ ਵੀ ਇਹਨੂੰ ਦੇਣਾ ਹੈ। ਇਹ ਸਤਿਗੁਰਾਂ ਦੇ ਕੋਲ ਤੇ ਖਜ਼ਾਨਾ ਭਰਿਆ ਨਾ ਸਾਰੇ ਪਦਾਰਥਾਂ ਦਾ। ਮਹਾਰਾਜ ਕਹਿਣ ਲੱਗੇ 7 ਪੁੱਤਰਾਂ ਦੀ ਤੂੰ ਮਾਂ ਹੋਵੇਂਗੀ, ਤੇਰਾ ਨਾਂ ਦੁਨੀਆ 'ਚ ਰਹੇਗਾ। ਤੈਨੂੰ ਇਹ ਸਮਝ ਲੱਗ ਗਈ ਹੈ, ਤੈਨੂੰ ਇਹ ਪਤਾ ਲੱਗ ਗਿਆ
ਵੀ ਅਸੀਂ ਉੱਥੇ ਕਰਮ ਲਿਖਦੇ ਤੇ ਇੱਥੇ ਵੀ ਤੂੰ ਸਾਨੂੰ ਇਸ ਬਚਨ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਨੂੰ ਤੂੰ ਐਸੇ ਸਤਿਕਾਰ ਵਾਲੇ ਬਚਨ ਆਖੇ ਨੇ, ਇਹ ਤੇਰੇ ਸਤਿਕਾਰ ਕਰਕੇ ਤੈਨੂੰ ਇਹ ਪਦਾਰਥ ਮਿਲਿਆ, ਇਹ ਵਸਤੂ ਮਿਲੀ ਹੈ। ਤੇ ਕੁਝ ਵਿਦਵਾਨਾਂ ਨੇ ਸਾਖੀ ਇਸ ਤਰ੍ਹਾਂ ਲਿਖੀ ਹੈ ਵੀ ਮਹਾਰਾਜ ਘੋੜੇ ਤੇ ਚੜੇ ਹੋਏ ਜਦੋਂ ਏਕਾ ਪਾਉਣ ਲੱਗੇ, ਘੋੜਾ ਹਿੱਲ ਗਿਆ ਤੇ ਉਹ ਏਕੇ ਦਾ ਸਾਤਾ ਬਣ ਗਿਆ। ਗੁਰਮੁਖੋ ਇਹ ਤੇ ਆਪੋ ਆਪਣੀ ਵਿਚਾਰ ਹੈ। ਸਤਿਗੁਰੂ ਇੱਕ ਦੇਣਾ ਚਾਹੁਣ ਤੇ ਘੋੜਾ ਕਿਵੇਂ ਸਾਤਾ ਪਵਾ ਸਕਦਾ? ਉਹ ਤੇ ਮਹਾਰਾਜ ਆਪ ਹੀ ਦੇਣਾ ਚਾਹੁੰਦੇ ਬਖਸ਼ਿਸ਼ ਕਰਕੇ, ਉਹਦੇ ਹੁਕਮ ਦੇ ਵਿੱਚ ਹੀ ਹੈ। ਜੇ ਹੁਕਮ ਹੋਇਆ ਤੇ ਤਾਂ ਹੀ ਘੋੜਾ ਹਿੱਲਿਆ, ਨਾ ਹੁਕਮ ਹੁੰਦਾ ਤੇ ਕਿਉਂ ਹਿੱਲਦਾ? ਜੇ ਸਾਤਾ ਪਾਉਣਾ ਚਾਹੁੰਦੇ ਸਨ ਤੇ ਸਾਤਾ ਤਾਂ ਹੀ ਪਿਆ ਹੈ, ਬਿਨਾਂ ਮਰਜ਼ੀ ਤੋਂ ਕੁਝ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਉਹਦੇ ਬਚਨਾਂ ਤੋਂ ਪ੍ਰਸੰਨ ਹੋ ਕੇ ਆਖਣ ਲੱਗੇ ਤੇਰੇ ਘਰੇ 7 ਪੁੱਤਰ ਹੋਣ। ਤੇ ਗੁਰਮੁਖੋ ਇਹ ਇਕੱਲਾ ਬਚਨ ਹੋਇਆ ਹੀ ਨਹੀਂ, ਵਾਕਿਆ ਹੀ ਉਹਦੇ ਘਰੇ 7 ਪੁੱਤਰ ਹੋਏ ਤੇ 7 ਪੁੱਤਰਾਂ ਤੋਂ ਅੱਗੇ ਪਤਨੀਆਂ ਜਿਹੜੀਆਂ ਸਨ ਉਹਨਾਂ ਦੇ ਨਾਮ ਦੀਆਂ ਅੱਗੇ ਅੱਗੇ ਉਹ ਬਣੀਆਂ। ਮਹਾਰਾਜ ਨੂੰ ਤਾਂ ਇੱਥੇ ਆਖਿਆ, ਕਹਿਣ ਲੱਗੇ ਗੁਰ ਜੈਸਾ ਨਾਹੀ ਕੋ ਦੇਵ। ਇੱਥੇ ਦੇਵਤੇ ਕਹਿ ਰਹੇ ਨੇ ਵੀ ਤੇਰਾ ਕਰਮ ਇਹੋ ਜਿਹਾ ਹੈ, ਉਹ ਭੋਗੇ ਬਿਨਾਂ ਮਿਟਣਾ ਨਹੀਂ, ਤੈਨੂੰ ਭੋਗਣਾ ਹੀ ਪੈਣਾ, ਤੈਨੂੰ ਪਿੰਗਲਾ ਰਹਿਣਾ ਹੀ ਪੈਣਾ। ਭਗਵਾਨ ਵਿਸ਼ਨੂੰ ਵੀ ਇਹ ਗੱਲ ਕਹਿੰਦੇ ਤੇ ਸੂਰਜ ਵੀ ਇਹ ਗੱਲ ਕਹਿੰਦਾ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਬੀਬੀ ਤੂੰ ਇੱਕ ਪੁੱਤਰ ਮੰਗਣ ਆਈ ਹੈ, ਤੈਨੂੰ 7 ਪੁੱਤਰ ਦੇ ਕੇ ਅਸੀਂ ਤੋਰਾਂਗੇ। ਇਹ ਹੈ ਗੁਰੂ ਦਾ ਤੇ ਦੇਵਤਿਆਂ ਦਾ ਫਰਕ। ਇਹ ਹੈ ਸਮਰੱਥ ਤੇ ਅਲਪੱਗ ਦੀ ਵਿਚਾਰ। ਗੁਰੂ ਸਮਰੱਥ ਹੈ, ਜੋ ਚਾਹਵੇ ਉਹ ਕਰ ਸਕਦਾ, ਦੇ ਸਕਦਾ। ਇਸ ਕਰਕੇ ਤਾਂ ਸਾਨੂੰ ਸ਼ਬਦ ਦੇ ਨਾਲ ਜੋੜਿਆ, ਤਾਂ ਸਾਨੂੰ ਗੁਰੂ ਦੇ ਨਾਲ ਜੋੜਿਆ। ਇਹ ਭਗਤ ਤ੍ਰਿਲੋਚਨ ਜੀਆਂ ਦੀ ਬਾਣੀ ਦਾ ਆਪਾਂ ਇਹ ਸ਼ਬਦ, ਇਹ ਪੌੜੀ ਸਰਵਣ ਕੀਤੀ ਹੈ ਕਿ ਵਿਅਕਤੀ ਨੂੰ ਕਰਮ ਕਿਵੇਂ ਭੋਗਣੇ ਪੈਂਦੇ ਨੇ। ਪਾਪ ਕਰਮ ਕਰਨ ਤੋਂ ਪਹਿਲਾਂ ਇਹ ਸੋਚਣਾ ਪਏਗਾ ਵੀ ਕਰਮ ਭੋਗਣਾ ਕਿਵੇਂ ਹੈ। ਵੱਡੇ ਵੱਡੇ ਦੇਵਤਿਆਂ ਨੂੰ ਭੋਗਣਾ ਪੈ ਗਿਆ, ਤੈਨੂੰ ਵੀ ਭੋਗਣਾ ਪੈ ਸਕਦਾ। ਇਹ ਤੈਨੂੰ ਅੱਜ ਦਾ ਉਪਦੇਸ਼ ਬਖਸ਼ਿਆ। ਬਾਕੀ ਇਹ ਸ਼ਬਦ ਦੀ ਵਿਚਾਰ ਹਾਲੇ ਰਹਿੰਦੀ ਹੈ। ਅਗਲੀਆਂ ਪੌੜੀਆਂ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਹੋਏ ਸਨ, ਭੋਗ ਦੇ ਸਲੋਕ ਪੜ੍ਹੇ ਜਾਣਗੇ। ਜਿਨ੍ਹਾਂ ਸੰਗਤਾਂ ਨੇ ਸਰਵਣ ਕਰਨੇ ਨੇ ਦਰਬਾਰ ਵਿੱਚ ਉਹ ਸੰਗਤਾਂ ਬੈਠਣ ਦੀ ਕਿਰਪਾਲਤਾ ਕਰਨ। ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਕਿਰਪਾ ਕਰਨਾ। ਵਿਸ਼ਵ ਕਾ ਦੀਪਕ ਸੁਆਮੀ ਤਾਂ ਚਿਹਰੇ ਸਵਾਰਥੀ, ਪੰਖੀ ਰਾਏ ਗਰੜ ਤਾਂ ਚੇ ਬਾਦਵਾ, ਕਰਮ ਕਰ ਅਰੁਣ ਪਿੰਗਲਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।